ਸਤਿਗੁਰਾਂ ਦੇ ਦਰਸ਼ਨ, ਗੁਰਬਾਣੀ ਦੇ ਸ਼ਬਦ ਕੀਰਤਨ, ਸੋਦਾਰ ਸ੍ਰੀ ਰਹਿਰਾਸ ਸਾਹਿਬ ਜੀ ਕੇ ਜਾਪ ਅਤੇ ਸ਼੍ਰੀ ਮੁਖ ਵਾਕ ਸ਼ਰਵਣ ਕਰਕੇ ਵਡਭਾਗੀਆਂ ਨੇ ਲਾਭ ਖੱਟਿਆ, ਲਾਹਾ ਪ੍ਰਾਪਤ ਕੀਤਾ ਹੈ। ਚੱਲ ਰਹੀ ਗੁਰ ਇਤਿਹਾਸ ਦੀ ਲੜੀਵਾਰ ਕਥਾ ਵਿਚਾਰ ਦਾ ਸਮਾਂ ਹੈ। ਸੋ ਆਓ ਮਨ ਚਿਤ ਬਿਰਤੀਆਂ ਇਕਾਗਰ ਕਰੋ, ਸੁਰਤ ਦਾ ਖੰਡਾ ਕੁਝ ਸਮੇਂ ਵਾਸਤੇ ਰੁਕੋ, ਸਤਿਗੁਰਾਂ ਦੇ ਪਾਵਨ ਇਤਿਹਾਸ ਦੇ ਨਾਲ ਜੁੜਨ ਦਾ ਯਤਨ ਕਰੀਏ ਤਾਂ ਕਿ ਸੁਖ ਲਾਭ ਪ੍ਰਾਪਤ ਹੋ ਸਕੇ। ਕੱਲ੍ਹ ਵਾਲਾ ਪ੍ਰਸੰਗ ਸੰਖੇਪ ਕੁਮਾਤਰ ਸਾਂਝਾ ਕਰਨਾ ਹੈ ਤਾਂ ਕਿ ਲੜੀ ਜੁੜ ਜਾਵੇ। ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਸ ਭਾਈ ਜਾਤੀ ਮਲਕ ਸਿੱਖ ਸੂਰਮਾ, ਜੋ ਬ੍ਰਾਹਮਣ ਹੈ ਜਾਤ ਦਾ, ਸਤਿਗੁਰਾਂ ਦੇ ਪਾਸ ਆਇਆ, ਹੱਥ ਜੋੜੇ ਨਮਸਕਾਰ ਕੀਤੀ, ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਮੇਰਾ ਅੰਤਮ ਸਮਾਂ ਮੈਨੂੰ ਨੇੜੇ ਲੱਗਦਾ ਹੈ ਅਤੇ ਅੰਤ ਨੇੜੇ ਹੈ। ਆਪ ਜੀ ਹੁਣ ਕਿਰਪਾ ਕਰੋ, ਮੈਂ ਆਪ ਜੀ ਦਾ ਸਿੱਖ ਰਿਹਾ ਹਾਂ, ਸੇਵਕ ਰਿਹਾ ਹਾਂ, ਭਾਵਨਾ ਨਾਲ ਸੇਵਾ ਕੀਤੀ ਹੈ। ਐਸਾ ਉਪਦੇਸ਼ ਗਿਆਨ ਬਖਸ਼ਿਸ਼ ਕਰੋ ਜਿਹਦੇ ਨਾਲ ਇਹ ਪ੍ਰਪੰਚ ਨਿਰਵਿਰਤ ਹੋ ਜਾਵੇ, ਇਸ ਦੀ ਆਸਕਤੀ, ਇਸ ਦਾ ਮੋਹ ਮਿਟ ਜਾਵੇ, ਤਤ ਗਿਆਨ ਦ੍ਰਿੜ ਹੋ ਜਾਵੇ, ਨਿਜੀ ਸਰੂਪ ਦੀ ਪ੍ਰਾਪਤੀ ਹੋਵੇ। ਮੈਂ ਗਿਆਨ ਲੈਣ ਦੀ ਇੱਛਾ ਰੱਖਦਾ ਸਤਿਗੁਰੂ ਜੀ। ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਠੀਕ ਹੈ ਭਾਈ, ਇਹ ਸੰਸਾਰ ਹੈ ਹੀ ਚੱਲਣਹਾਰ। ਜੋ ਜੋ ਇਸ ਸੰਸਾਰ ਵਿੱਚ ਪੈਦਾ ਹੋਇਆ ਜਨਮਿਆ ਹੈ, ਹਰੇਕ ਨੇ ਸਰੀਰ ਦਾ ਤਿਆਗ ਤੇ ਕਰਨਾ ਹੀ ਹੈ। ਬ੍ਰਹਮ ਗਿਆਨ ਦੀ ਬਾਬਤ ਵਿਚਾਰ ਸੁਣ, ਤੂੰ ਆਪਣੇ ਮਨ ਨੂੰ ਇਕਾਗਰ ਕਰਨ ਦੀ ਕੋਸ਼ਿਸ਼ ਕਰਨੀ। ਇਹ ਜੋ ਸਰੀਰ ਹੈ ਇਹ ਤੇਰੀ ਪਛਾਣ ਨਹੀਂ ਹੈ, ਇਹ ਤੇਰਾ ਸਰੂਪ ਨਹੀਂ ਹੈ। ਇਹਦੇ ਨਾਲ ਤੇਰਾ ਸੰਬੰਧ ਬਣ ਗਿਆ ਹੈ। ਸਰੀਰ ਸਥੂਲ ਹੈ, ਸਰੀਰ ਤੋਂ ਸੂਖਮ ਇੰਦਰੇ ਹਨ। 5 ਗਿਆਨ ਇੰਦਰੇ ਹੈ, 5 ਕਰਮ ਇੰਦਰੇ ਹੈ। ਨੇਤਰ ਵੇਖਦੇ ਹੈ, ਹੱਥ ਪਕੜਦੇ ਹੈ, ਪੈਰ ਚੱਲਦੇ ਹੈ। ਇਉਂ ਹੀ ਨਾਸਿਕਾ ਸੁੰਘਦੀ ਹੈ, ਸਰੋਤਰ ਕੰਨ ਹੈ ਜਿਹੜੇ ਸ਼ਰਵਣ ਕਰਦੇ ਹਨ, ਰਸ ਦੇ ਜੀਭ ਦੇ ਨਾਲ ਬੋਲੀ ਦਾ ਵੀ ਹੈ ਅਤੇ ਰਸ ਵੀ ਪ੍ਰਾਪਤ ਕਰੀਦਾ। 5 ਗਿਆਨ ਇੰਦਰੇ, 5 ਕਰਮ ਇੰਦਰੇ। ਇਹ ਬਹੁਤ ਸੂਖਮ ਹੈ, ਪਰ ਇਹ ਵੀ ਤੇਰਾ ਸਰੂਪ ਨਹੀਂ। ਕਾਰਨ ਇਹ ਵੀ ਇਹ ਵੱਖੋ ਵੱਖਰੇ ਵਿਸ਼ੇ ਨੂੰ ਸਾਰੇ ਵਿਸ਼ੇ ਕਰਦੇ ਆ। ਜਿਵੇਂ ਨੱਕ ਦੇ ਪਾਸ ਇਕੱਲੀ ਖੁਸ਼ਬੂ ਸੁੰਘਣ ਦੀ ਸਮਰੱਥਾ ਹੈ, ਕੰਨਾਂ ਦੇ ਪਾਸ ਕੇਵਲ ਸ਼ਰਵਣ ਕਰਨ ਦੀ ਸਮਰੱਥਾ ਹੈ, ਨੇਤਰਾਂ ਦੇ ਪਾਸ ਕੇਵਲ ਵੇਖਣ ਦੀ ਸ਼ਕਤੀ ਹੈ। ਇਉਂ ਹੀ ਗਿਆਨ ਇੰਦਰੀਆਂ ਦੇ ਪਾਸ, ਕਰਮ ਇੰਦਰੀਆਂ ਦੇ ਪਾਸ, ਉਹਨਾਂ ਦੇ ਵਿਸ਼ੇ ਵੱਖੋ ਵੱਖਰੇ ਆ। ਇਹ ਵੀ ਤੇਰਾ ਸਰੂਪ ਨਹੀਂ। ਇਦੋਂ ਅੱਗੇ ਮਨ ਹੈ 2 ਪ੍ਰਕਾਰ ਦਾ, ਨਿਰਮਲ ਤੇ ਮਲੀਨ। ਕਦੇ ਮਾੜੇ ਸੰਕਲਪ ਪਠਾਉਂਦਾ ਹੈ, ਕਦੇ ਚੰਗੇ ਸੰਕਲਪ ਪੈਦਾ ਕਰਦਾ ਹੈ। ਪਰ ਉਹ ਮਨ ਵੀ ਤੇਰਾ ਨਿੱਜੀ ਸਰੂਪ ਨਹੀਂ ਹੈ, ਕਿਉਂਕਿ ਵਧਣਾ, ਜੰਮਣਾ ਅਤੇ ਮਰਨਾ ਇਸ ਸਰੀਰ ਦੀ ਕਮਜ਼ੋਰੀ ਹੈ। ਇਹ ਪਰਿਣਾਮ ਨੂੰ ਪ੍ਰਾਪਤ ਹੁੰਦਾ, ਬਦਲਦਾ ਰਹਿੰਦਾ। ਭੁੱਖ ਤੇ ਮਨ ਤੋਂ ਥੂਲ ਜੋ ਸਵਾਸ ਹਨ, ਇਹ ਸਵਾਸਾਂ ਦਾ ਸੁਭਾਵ ਹੈ। ਭੁੱਖ ਤੇ ਦੇ ਸਮੇਤ ਹੁੰਦੇ ਆ। ਇਸ ਤਰੀਕੇ ਦੇ ਨਾਲ ਰਾਗ ਦੁਆਇਖ ਮਨ ਦਾ ਵਿਸ਼ਾ ਹੈ, ਮਨ ਦਾ ਸੁਭਾਵ ਹੈ।
ਇਹ 6 ਪ੍ਰਕਾਰ ਦੇ ਵਿਕਾਰਾਂ ਦੇ ਸਮੇਤ। ਪਰ ਜੋ ਤੇਰਾ ਨਿੱਜੀ ਸਰੂਪ ਹੈ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਉਹ ਸਰੂਪ ਤੇਰਾ ਇਹਨਾਂ 6 ਵਿਕਾਰਾਂ ਤੋਂ ਪਰੇ ਆ, ਨਿਰਵਿਕਾਰ ਹੈ। ਉਹਦੇ ਵਿੱਚ ਰਾਗ ਦਵੈਖ ਨਹੀਂ, ਉਹਦੇ ਵਿੱਚ ਜੰਮਣਾ ਮਰਨਾ ਨਹੀਂ, ਉਹਦੇ ਵਿੱਚ ਭੁੱਖ ਤੇ ਵੀ ਨਹੀਂ ਹੈ। ਇਸ ਕਰਕੇ ਉਸ ਸਰੂਪ ਦੀ ਪਛਾਣ ਦੀ ਖੋਜ ਹਿਤ ਮਨ ਨੂੰ ਇਕਾਗਰ ਕਰਨ ਦੀ ਕੋਸ਼ਿਸ਼ ਕਰਨੀ। ਸੋ ਸੱਚੇ ਪਾਤਸ਼ਾਹ ਮਹਾਰਾਜ ਜੀ ਸਮਝਾ ਰਹੇ ਸਨ ਕਿ ਇਹ ਇੰਦਰੇ ਵੱਖੋ ਵੱਖਰੇ ਹੈ, ਇੱਕ ਇੱਕ ਵਿਸ਼ੇ ਨੂੰ ਪ੍ਰਿਥਕ ਪ੍ਰਿਥਕ ਵਿਸ਼ੇ ਕਰਦੇ ਆ। ਇੱਥੋਂ ਤੱਕ ਆਪਾਂ ਕੱਲ੍ਹ ਇਹ ਪ੍ਰਸੰਗ ਸ਼ਰਵਣ ਕੀਤਾ ਸੀ। ਅੱਗੇ ਜਿਸ ਤਰੀਕੇ ਦੇ ਨਾਲ ਪਾਵਨ ਪਵਿੱਤਰ ਇਤਿਹਾਸ ਦੀ ਵਿਚਾਰ ਆ ਰਹੀ ਹੈ, ਆਓ ਜੁੜ ਕਰਕੇ ਲਾਭ ਪ੍ਰਾਪਤ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇਹ ਵੀ ਨਹਿ ਸਰੂਪ ਨਿਜ ਜਾਣਹੁ। ਇਸ ਕਰਕੇ ਇਹਨਾਂ ਇੰਦਰੀਆਂ ਨੂੰ ਵੀ ਆਪਣਾ ਸਰੂਪ ਨਹੀਂ ਸਮਝਣਾ, ਨਾ ਗਿਆਨ ਇੰਦਰੇ ਤੇ ਨਾ ਕਰਮ ਇੰਦਰੇ। ਇਕ ਤਾਂ ਪ੍ਰਿਥਕ ਪ੍ਰਿਥਕ ਇਨ ਮੰਨਹੁ। ਕਾਰਨ ਇਹ ਹੈ ਵੀ ਇੱਕ ਤੇ ਇਹ ਵੱਖੋ ਵੱਖਰੇ ਹਨ। ਸਭ ਕੋ ਇੱਕ ਸੁਭਾਵ ਨਹਿ ਆਹੈ। ਸਾਰਿਆਂ ਇੰਦਰੀਆਂ ਦਾ ਗਿਆਨ ਤੇ ਕਰਮ ਇੰਦਰੀਆਂ ਦਾ ਇੱਕੋ ਹੀ ਸੁਭਾਵ ਥੋੜ੍ਹੀ ਹੈ। ਅੱਖਾਂ ਹੀ ਵੇਖ ਸਕਦੀਆਂ, ਕੱਲੀਆਂ ਕੰਨ ਨਹੀਂ ਵੇਖ ਸਕਦੇ। ਹੱਥ ਹੀ ਪਕੜ ਸਕਦੇ ਆ, ਕੰਨ ਥੋੜ੍ਹੀ ਪਕੜ ਸਕਦੇ ਆ ਕਿਸੇ ਨੂੰ। ਚੱਲਣ ਦੀ ਸਮਰੱਥਾ ਕੇਵਲ ਪੈਰਾਂ ਦੇ ਪਾਸ ਹੈ। ਨੇਤਰ ਵੇਖ ਤੇ ਸਕਦੇ ਆ, ਚੱਲ ਥੋੜ੍ਹੀ ਸਕਦੇ ਆ। ਚੱਲ ਕੇ ਤੇ ਪੈਰ ਜਾਂਦੇ ਆ ਨਾ। ਬੋਲਦੇ ਰਸਨਾ ਹੈ, ਸੁਣਦੇ ਕੰਨ ਹੈ, ਪਕੜਦੇ ਹੱਥ ਹੈ। ਸੋ ਸਰੂਪ ਤੇ ਇੱਕ ਹੈ। ਇਸ ਹਿਸਾਬ ਦੇ ਨਾਲ ਤੇ ਸਰੂਪ 5 ਹਿੱਸਿਆਂ ਵਿੱਚ ਵੰਡਿਆ ਗਿਆ। ਫਿਰ ਸੋ ਮਹਾਰਾਜ ਕਹਿੰਦੇ ਇਹ ਵੀ ਵੱਖੋ ਵੱਖਰੇ ਇਹਨਾਂ ਦੀ ਪਛਾਣ ਕਰਨੀ। ਦੇਖਹਿ ਸੁਨਹਿ ਗੰਧ ਰਸ ਲਹੈ। ਦੇਖਦੇ ਹਨ, ਸੁਣਦੇ ਹਨ, ਸੁਗੰਧੀ ਨੂੰ ਮਹਿਸੂਸ ਕਰਦੇ ਆ ਤੇ ਰਸਨਾ ਰਸ ਮਾਣਦੀ ਹੈ ਜੀ। ਤੋਬ ਸਰੂਪ ਮਹਿ ਇਹ ਕੁਛ ਨਾਹੀ। ਪਰ ਤੇਰੇ ਸਰੂਪ ਦੇ ਵਿੱਚ ਇਹ ਕੁਛ ਨਹੀਂ ਹੈ ਜੋ ਤੇਰਾ ਨਿੱਜੀ ਸਰੂਪ ਹੈ, ਜੋ ਤੇਰਾ ਜੋਤ ਸਰੂਪ ਹੈ। ਇਨ ਤੇ ਪਰੈ ਲਖਹੁ ਉਰ ਮਾਹੀ। ਉਹ ਸਰੂਪ ਇਹਨਾਂ ਇੰਦਰੀਆਂ ਤੋਂ ਪਰੇ ਹੈ। ਇਹਨਾਂ ਇੰਦਰੀਆਂ ਦਾ ਪ੍ਰਕਾਸ਼ਕ ਜ਼ਰੂਰ ਹੈ, ਸੰਚਾਲਕ ਜ਼ਰੂਰ ਹੈ, ਪਰ ਹੈ ਇਹਨਾਂ ਤੋਂ ਪਾਸੇ। ਜੋ ਸੰਕਲਪ ਵਿਕਲਪ ਉਠਾਵੈ। ਇਸ ਤੋਂ ਅੱਗੇ ਜੋ ਸੰਕਲਪ ਤੇ ਵਿਕਲਪ ਨੂੰ ਪੈਦਾ ਕਰਨ ਦੀ ਸ਼ਕਤੀ ਹੈ ਜੀ। ਦੌਰਤ ਜਾਤ ਤੁਰਤ ਹਟ ਆਵੈ। ਦੌਰਤ ਦੌੜ ਕੇ ਜਾਂਦਾ, ਛੇਤੀ ਦੇ ਨਾਲ ਸੰਕਲਪ ਪੈਦਾ ਕਰ ਲੈਂਦਾ ਕੋਈ ਹੋਰ ਚੀਜ਼ ਦਾ, ਫਿਰ ਉਹਦੇ ਤੋਂ ਵਾਪਸ ਮੁੜ ਆਉਂਦਾ ਹੈ ਛੇਤੀ ਦੇ ਨਾਲ। ਇਹੋ ਰਖੀਕ ਤੇ ਸੂਖਮ ਮਨ ਹੈ। ਇਹ ਮਨ ਹੈ, ਮਨ ਦਾ ਸੁਭਾਵ ਹੈ ਤੇ ਇਹ ਇੰਦਰੀਆਂ ਤੋਂ ਵੀ ਸੂਖਮ ਹੈ। ਅਸਥੂਲ ਨਹੀਂ ਹੈ ਇੰਦਰੀਆਂ ਤੋਂ, ਕਿਉਂਕਿ ਇੰਦਰੇ ਜਿੱਥੇ ਮਨ ਦੀ ਸਮਰੱਥਾ ਹੈ ਪਹੁੰਚਣ ਦੀ, ਇੰਦਰੀਆਂ ਦੀ ਉੱਥੇ ਪਹੁੰਚਣ ਦੀ ਸਮਰੱਥਾ ਨਹੀਂ ਸੰਕਲਪ ਤੇ ਵਿਕਲਪ ਦੇ ਰਾਹੀਂ। ਸੋ ਸੰਕਲਪ ਤੇ ਵਿਕਲਪ ਪੈਦਾ ਕਰਨ ਦੀ ਸ਼ਕਤੀ ਦਾ ਨਾਮ ਮਨ ਹੈ ਜੀ। ਸ਼ੁੱਧ ਅਸ਼ੁੱਧ ਹੋਤ ਬੁੱਧ ਭਨ ਹੈ। ਬੁੱਧੀਵਾਨ ਸਿਆਣੇ ਲੋਕ ਕਹਿੰਦੇ ਆ 2 ਪ੍ਰਕਾਰ ਦਾ ਹੁੰਦਾ ਮਨ, ਨਿਰਮਲ ਵੀ ਹੁੰਦਾ ਤੇ ਮਲੀਨ ਵੀ ਹੁੰਦਾ ਹੈ। ਅਪਵਿੱਤਰ ਤੇ ਪਵਿੱਤਰ 2 ਪ੍ਰਕਾਰ ਦਾ ਹੁੰਦਾ ਜੀ। ਮਨ ਤੇ ਥੂਲ ਪ੍ਰਾਨ ਜੇ ਆਹੈ। ਫਿਰ ਜਿਹੜੇ ਸਵਾਸ ਹੈ ਮਨੁੱਖ ਦੇ 5 ਪ੍ਰਾਣ, ਇਹ ਮਨ ਤੋਂ ਵੀ ਸੂਖਮ ਹਨ। ਸੋ ਵੀ ਆਵਨ ਜਾਨੋ ਲਹੈ। ਪਰ ਉਹ ਵੀ ਨਹੀਂ ਤੇਰਾ ਨਿੱਜੀ ਸਰੂਪ, ਕਿਉਂਕਿ ਉਹ ਤੇ ਅਚਲ ਸਰੂਪ ਤੇ ਆਉਂਦਾ ਜਾਂਦਾ ਨਹੀਂ। ਪਰ ਸਵਾਸ ਆਉਂਦੇ ਆ ਤੇ ਜਾਂਦੇ ਆ। ਇੱਕ ਸਵਾਸ ਅੰਦਰ ਨੂੰ ਜਾਂਦਾ, ਇੱਕ ਬਾਹਰ ਨੂੰ ਆਉਂਦਾ। ਇਸ ਪ੍ਰਕਿਰਿਆ ਦੇ ਨਾਲ ਪ੍ਰਵਾਹਿਤ ਹੁੰਦੇ ਹਨ। ਖਟ ਵਿਕਾਰ ਇਹ ਤੀਨਹੁ ਮਾਨੀ। ਇਹਨਾਂ ਤਿੰਨਾਂ ਦੇ ਵਿੱਚ 6 ਪ੍ਰਕਾਰ ਦੇ ਇਹ ਵਿਕਾਰ ਮੰਨੇ ਜਾਂਦੇ ਆ, ਸਰੀਰ ਵਿੱਚ, ਇੰਦਰੀਆਂ ਵਿੱਚ ਤੇ ਮਨ ਦੇ ਵਿੱਚ। ਜਨਮ ਮਰਨ ਤਨ ਮਹਿ ਹੋਏ ਜਾਨੀ। ਜੰਮਣਾ ਤੇ ਮਰਨਾ ਇਸ ਤਨ ਦਾ ਸੁਭਾਵ ਹੋ ਗਿਆ, ਸਰੀਰ ਦਾ ਸੁਭਾਵ ਹੋ ਗਿਆ। ਸ਼ੁਦਾ ਪਿਪਾਸਾ ਪ੍ਰਾਣ ਧਰਨ ਤੇ। ਸ਼ੁਦਾ ਤੇ ਪਿਆਸ ਭੁੱਖ, ਕਿਉਂਕਿ ਸਰੀਰ ਦਾ ਹਿੱਸਾ ਤੇ ਇੰਦਰਾ ਹੀ ਹੋ ਗਏ ਨਾ। ਦੂਜਾ ਹੈ ਪ੍ਰਾਣ। ਪ੍ਰਾਣ ਹੈ ਜਿਹੜੇ ਇਹ ਭੁੱਖ ਤੇ ਪਿਆਸ ਦੇ ਸਮੇਤ ਹੁੰਦੇ ਆ ਜੀ। ਹਰਖ ਸ਼ੋਕ ਮਨ ਕੋ ਲਖੇ ਅੰਤੇ। ਹਰਖ ਤੇ ਸੋਗ, ਖੁਸ਼ੀ ਤੇ ਗਮੀ, ਇਹ ਮਨ ਦਾ ਸੁਭਾਵ ਹੋ ਗਿਆ। ਇਸ ਪ੍ਰਕਾਰ ਦੇ ਪ੍ਰਣਾਮਾਂ ਦੇ ਸਮੇਤ, ਵਿਕਾਰਾਂ ਦੇ ਸਮੇਤ ਇਹ ਤਿੰਨੇ ਚੀਜ਼ਾਂ ਸਰੀਰ, ਪ੍ਰਾਣ
ਤੇ ਮਨ ਹੈ ਜੋ। ਇਨ ਤੇ ਭੀ ਸੂਖਮ ਤੁਵ ਰੂਪ ਤੇਰਾ ਰੂਪ ਤੇ ਇਹਨਾਂ ਦੇ ਨਾਲੋਂ ਵੀ ਸੂਖਮ ਹੈ, ਇਹਨਾਂ ਦੇ ਨਾਲੋਂ ਵੀ ਬਰੀਕ ਹੈ, ਮਹੀਨ ਹੈ। ਅਸ਼ਟ ਵਿਕਾਰਨ ਪ੍ਰਥਕ ਅਨੂਪ ਉਹ ਇਹਨਾਂ ਛਿਆਂ ਹੀ ਵਿਕਾਰਾਂ ਤੋਂ ਪ੍ਰਿਥਕ ਵੱਖਰਾ ਹੈ ਤੇ ਅਨੂਪਮ ਹੈ, ਅਨੁਪਮ ਹੈ, ਬਹੁਤ ਸੁੰਦਰ ਹੈ, ਬਹੁਤ ਰਸਮਈ ਹੈ। ਜਿਨ੍ਹਾਂ ਨੇ ਅੰਤਰਮੁਖ ਬਿਰਤੀ ਕੀਤੀ, ਜਿਨ੍ਹਾਂ ਨੇ ਪ੍ਰਾਪਤੀ ਕੀਤੀ ਉਸ ਸਰੂਪ ਦੀ, ਉਹਨਾਂ ਨੂੰ ਬਹੁਤ ਬਖਸ਼ਿਸ਼ਾਂ ਪ੍ਰਾਪਤ ਹੋ ਜਾਂਦੀਆਂ, ਭੁੱਖ ਤੇ ਵੀ ਨਹੀਂ ਵਿਆਪਦੀ। ਉਹ ਜੰਮਦੇ ਮਰਦੇ ਨਹੀਂ ਹਨ ਇਸ ਸੰਸਾਰ ਦੇ ਵਿੱਚ, ਔਰ ਇਸੇ ਤਰੀਕੇ ਦੇ ਨਾਲ ਹਰਖ ਸੋਗ ਤੋਂ ਵੀ ਪਰੇ ਹੋ ਜਾਂਦੇ ਹਨ ਜੀ। ਉਹ ਬਿਨਾਂ ਰੋਟੀ ਖਾਧੇ ਰਹਿ ਸਕਦੇ ਆ, ਭੋਜਨ ਖਾਧੇ। ਸਾਡਾ ਇਤਿਹਾਸ ਭਰਿਆ ਪਿਆ, ਬਹੁਤ ਸਾਰੇ ਅਭਿਅਸਤ ਰਿਸ਼ੀ ਮੁਨੀ ਐਸੇ ਸੀ ਜਿਹੜੇ ਪਾਉਣ ਆਹਾਰੀ ਸੀ, ਜਿਨ੍ਹਾਂ ਦੀ ਬਿਰਤੀ ਸਰੂਪ ਦੇ ਵਿੱਚ ਟਿਕ ਗਈ ਸੀ, ਬਿਨਾਂ ਭੋਜਨ ਪ੍ਰਸ਼ਾਦੇ ਤੋਂ ਰਹਿ ਲੈਂਦੇ ਸਨ। ਔਰ ਐਸੇ ਵੀ ਬਹੁਤ ਸਾਰੇ ਸਨ ਜਿਨ੍ਹਾਂ ਨੇ ਆਪਣੇ ਨਿੱਜੀ ਸਰੂਪ ਦੀ ਪ੍ਰਾਪਤੀ ਕਰ ਲਈ ਸੀ, ਆਪਣੇ ਸਵਾਸ ਰੋਕ ਲੈਂਦੇ ਸੀ। ਪ੍ਰਭ ਭਾਵੈ ਬਿਨ ਸਾਸ ਤੇ ਰਾਖੈ, ਰਹਿ ਸਕਦੇ ਸਵਾਸ ਲਏ ਤੋਂ ਬਿਨਾਂ ਵੀ ਜੀਂਦੇ। ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਕਮਾਈ ਦੀ ਗੱਲ ਹੈ, ਜਿੰਨੇ ਜਿੰਨੀ ਸਾਧਨਾ ਕੀਤੀ, ਜਿੰਨੇ ਕਮਾਈ ਕੀਤੀ, ਸਿਮਰਨ ਕੀਤਾ, ਭਜਨ ਕੀਤਾ, ਮਤ ਨੂੰ ਮਨ ਨੂੰ ਜਿੰਨਾ ਨਿਰਮਲ ਕਰ ਲਿਆ ਕਮਾਈ ਦੇ ਨਾਲ, ਉਹਨੂੰ ਉਨੀਆਂ ਪ੍ਰਾਪਤੀਆਂ ਪ੍ਰਾਪਤ ਹੁੰਦੀਆਂ ਜਾਂਦੀਆਂ। ਸੋ ਮਹਾਰਾਜ ਸਾਹਿਬ ਕਹਿੰਦੇ ਐਸਾ ਹੈ ਉਹ ਸਰੂਪ, ਇਹਨਾਂ ਖਟਾਂ ਵਿਕਾਰਾਂ ਤੋਂ, ਇਹਨਾਂ ਖਟਾਂ ਪਰਿਣਾਮਾਂ ਤੋਂ ਪਰੇ ਹੈ ਜੀ। ਸਦਾ ਅਚਲ ਨਹਿ ਆਵਤ ਜਾਏ, ਸਦਾ ਅਚਲ ਹੈ, ਆਉਂਦਾ ਨਹੀਂ ਇਸ ਸੰਸਾਰ ਦੇ ਵਿੱਚ ਜੰਮ ਕੇ ਤੇ ਮਰ ਕੇ ਜਾਂਦਾ ਨਹੀਂ ਹੈ। ਫਿਰ ਮਨ ਆਦਿਕ ਪ੍ਰੇਰਕ ਸਮੁਦਾਏ, ਫਿਰ ਉਹ ਪ੍ਰੇਰਕ ਹੈ, ਮਨ ਦਾ ਵੀ ਪ੍ਰੇਰਕ ਹੈ, ਸਵਾਸਾਂ ਦਾ ਵੀ ਪ੍ਰੇਰਕ ਹੈ, ਗਿਆਨ ਤੇ ਕਰਮ ਇੰਦਰੀਆਂ ਦਾ ਵੀ ਪ੍ਰੇਰਕ ਉਹੀ ਸਰੂਪ ਹੈ। ਮਨ ਕੀ ਗਤਾ ਗਤੀ ਜੋ ਲਖੈ, ਮਨ ਦੀ ਗਤ ਨੂੰ, ਅਵਗਤ ਨੂੰ ਉਹ ਪਛਾਣਦਾ ਹੈ, ਸਮਝਦਾ ਹੈ। ਸਭ ਤੇ ਨਿਆਰੋ ਸਭ ਕੇ ਵਿਖੈ, ਸਾਰਿਆਂ ਦੇ ਵਿੱਚ ਹੈ ਤੇ ਸਾਰਿਆਂ ਦੇ ਨਾਲੋਂ ਵੱਖਰਾ ਹੈ ਜੀ। ਜਾਣਨੀਏ ਜੋ ਬੁੱਧ ਤੇ ਆਹੈ, ਜਾਣਨੀ ਹੈ, ਜਾਣਨ ਯੋਗ ਹੈ, ਪਰ ਜਾਣਿਆ ਜਾਂਦਾ ਹੈ ਬੁੱਧ ਦੇ ਨਾਲ। ਬੁੱਧੀ ਉਹਦੇ ਵਿੱਚ ਅਭੇਦ ਹੁੰਦੀ ਹੈ, ਬਿਰਤੀ ਉਹਦਾ ਸਰੂਪ ਹੁੰਦੀ ਹੈ, ਬ੍ਰਹਮਾਕਾਰ ਹੋ ਜਾਂਦੀ ਹੈ, ਉਦੋਂ ਉਹ ਜਾਣਿਆ ਜਾਂਦਾ ਹੈ। ਪਰ ਜਾਂਦਾ ਕਿੱਥੇ ਨਹੀਂ, ਇੱਥੇ ਸੰਸਾਰ ਦੇ ਵਿੱਚ ਹੀ ਹੈ, ਸਦਾ ਹੀ ਹੈ ਵੀ ਹੋਵਨਹਾਰ, ਹੈ ਵੀ ਸਦਾ, ਹੋਵਨਹਾਰ ਰਹੇਗਾ ਵੀ ਸਦਾ। ਉਹੀ ਹੈ ਇਸ ਸੰਸਾਰ ਦਾ ਆਸਰਾ ਹੈ, ਸੀ ਹੋ ਰਿਹਾ ਹੈ, ਉਹਦੇ ਤੋਂ ਬਿਨਾਂ ਹੋਰ ਕੌਣ ਹੈ ਇਸ ਸੰਸਾਰ ਦੇ ਵਿੱਚ। ਸੋ ਪਰ ਬਿਰਤੀ ਜਦੋਂ ਬ੍ਰਹਮਾਕਾਰ ਹੁੰਦੀ, ਆਤਮ ਵਿਸ਼ੈਣੀ ਹੁੰਦੀ ਹੈ, ਉਦੋਂ ਉਸ ਪ੍ਰਭੂ ਦੀ ਸਾਖਿਆਤਕਾਰਤਾ ਹੁੰਦੀ ਹੈ ਮਨ ਦੇ ਵਿੱਚ, ਉਹਨਾਂ ਚਿਰ ਹੁੰਦੀ ਨਹੀਂ। ਬਿਰਤੀ ਦਾ ਅੰਤਰਮੁਖ ਹੋਣਾ ਜ਼ਰੂਰੀ ਆ। ਉਦਾਹਰਨ ਦੇ ਵਾਸਤੇ ਸਮਝੋ, ਜਿਵੇਂ ਕਿਸੇ ਰੁੱਖ ਨੂੰ, ਕਿਸੇ ਬੂਟੇ ਨੂੰ ਫੁੱਲ ਲੱਗਦੇ ਆ ਤੇ ਫੁੱਲਾਂ ਦੇ ਵਿੱਚੋਂ ਖੁਸ਼ਬੂ ਪ੍ਰਾਪਤ ਹੁੰਦੀ ਆ। ਕਮਾਲ ਦੀ ਗੱਲ ਆ ਵੀ ਖੁਸ਼ਬੂ ਉਦੋਂ ਪ੍ਰਾਪਤ ਹੁੰਦੀ ਆ ਆਪਾਂ ਨੂੰ ਜਦੋਂ ਫੁੱਲ ਲੱਗਦੇ ਆ। ਹੁਣ ਜਦੋਂ ਫੁੱਲ ਨਹੀਂ ਹੁੰਦੇ ਉਦੋਂ ਖੁਸ਼ਬੂ ਵੀ ਨਹੀਂ ਹੁੰਦੀ, ਪਰ ਜਦੋਂ ਫੁੱਲ ਪੈਦਾ ਹੁੰਦੇ ਆ ਨਾਲ ਦੀ ਨਾਲ ਹੀ ਉਹਨਾਂ ਦੇ ਵਿੱਚ ਖੁਸ਼ਬੂ ਸਮਾ ਜਾਂਦੀ ਹੈ। ਇਹਦਾ ਮਤਲਬ ਇਹ ਹੋਇਆ ਖੁਸ਼ਬੂ ਇੱਥੇ ਕਿਤੇ ਨਹੀਂ ਗਈ ਇੱਥੋਂ, ਪਰ ਖੁਸ਼ਬੂ ਨੂੰ ਪ੍ਰਗਟ ਕਰਨ ਦਾ ਸਾਧਨ ਫੁੱਲ ਆ। ਫੁੱਲਾਂ ਤੋਂ ਬਿਨਾਂ ਖੁਸ਼ਬੂ ਪ੍ਰਗਟ ਨਹੀਂ ਹੋ ਸਕਦੀ। ਇਉਂ ਹੀ ਉਹ ਪਰਮੇਸ਼ਰ ਹੈ ਸਭ ਦੇ ਹਿਰਦੇ ਦੇ ਵਿੱਚ, ਪਰ ਉਹਨੂੰ ਪ੍ਰਗਟ ਕਰਨ ਦੇ ਕੁਝ ਸਾਧਨ, ਉਹ ਸਾਧਨ ਉਹ ਹੈ ਜਿਹੜੇ ਗੁਰੂ ਦ੍ਰਿੜ ਕਰਾਉਂਦਾ ਹੈ, ਗੁਰਬਾਣੀ ਦ੍ਰਿੜ ਕਰਾਉਂਦੀ ਹੈ, ਸਤ ਸੰਗਤ ਵਿੱਚੋਂ ਪ੍ਰਾਪਤ ਹੁੰਦੇ ਆ। ਸੰਤ ਮਹਾਤਮਾ ਰਿਸ਼ੀ ਮੁਨੀ ਜਿਨ੍ਹਾਂ ਨੇ ਪ੍ਰਾਪਤੀ ਕੀਤੀ, ਉਹਦੇ ਪ੍ਰਾਪਤੀ ਦੇ ਉਹ ਸਾਧਨਾ ਨੂੰ ਦ੍ਰਿੜ ਕਰਾਉਂਦੇ ਆ। ਜਦੋਂ ਮਨੁੱਖ ਉਹਨਾਂ ਸਾਧਨਾ ਸਮੇਤ ਹੁੰਦਾ, ਸੰਯੁਕਤ ਹੁੰਦਾ, ਘਾਲਣਾ ਘਾਲਦਾ, ਫਿਰ ਉਸ ਦੀ ਸਾਖਿਆਤਕਾਰਤਾ ਪ੍ਰਾਪਤ ਹੋ ਜਾਂਦੀ ਹੈ ਹਿਰਦੇ ਵਿੱਚ ਜੀ। ਵਿਸ਼ੈ ਰਖੀਕਨ ਕੋ ਨਹਿ ਲਹੈ, ਪਰ ਉਹ ਇੰਦਰੀਆਂ ਦਾ ਵਿਸ਼ਾ ਨਹੀਂ ਹੈ, ਹੱਥਾਂ ਦੇ ਨਾਲ ਨਹੀਂ ਪਕੜਿਆ ਜਾ ਸਕਦਾ, ਉਸ ਨੂੰ ਨੇਤਰਾਂ ਦੇ ਨਾਲ ਨਹੀਂ ਵੇਖਿਆ ਜਾ ਸਕਦਾ ਹੈ ਜੀ। ਸਭ ਤੇ ਨਿਕਟ ਸਭਨ ਤੇ ਦੂਰ, ਸਾਰਿਆਂ ਤੋਂ ਨੇੜੇ ਹੈ, ਪਰ ਜੇ ਨਹੀਂ ਸਾਧਨ ਅਪਣਾਉਂਦਾ, ਨਹੀਂ ਕੋਸ਼ਿਸ਼ ਕਰਦਾ ਉਹਨੂੰ ਖੋਜਣ ਦੀ, ਉਹਦੀ ਪ੍ਰਾਪਤੀ ਦਾ ਹੀਲਾ ਨਹੀਂ ਕਰਦਾ, ਫਿਰ ਸਾਰਿਆਂ ਤੋਂ ਦੂਰ ਹੈ ਜੀ। ਸੱਚ ਦਾ ਆਨੰਦ ਰਹਿਓ ਭਰਪੂਰ,
ਸਤ ਚੇਤਨ ਆਨੰਦ ਸਰੂਪ ਹੈ ਤੇ ਸਾਰਿਆਂ ਦੇ ਵਿੱਚ ਪਰਿਪੂਰਨ ਹੈ। ਜਿਸ ਅਲੰਬ ਕੋ ਲਹਿ ਸਮੁਦਾਏ ਜਿਹਦੇ ਆਸਰੇ ਦੇ ਨਾਲ ਇਹ ਸਾਰਾ ਸੰਸਾਰ ਸਾਰਾ ਜਗਤ ਖਲੋਤਾ ਹੋਇਆ ਹੈ ਜੀ। ਜੜ ਸਭ ਤੇ ਚੇਤਨ ਹੋਏ ਜਾਏ ਜਿਸ ਦੇ ਪ੍ਰਕਾਸ਼ ਦਾ ਕਰਕੇ ਪ੍ਰਛਾਵੇਂ ਦਾ ਕਰਕੇ ਸਾਰੇ ਜੜ ਚੇਤਨ ਹੋ ਜਾਂਦੇ ਆ, ਸਾਰੇ ਨਿਰਜੀਵ ਸੰਜੀਵ ਭਾਵ ਨੂੰ ਪੈਦਾ ਹੋ ਜਾਂਦੇ ਆ। ਉਹਦੀ ਚੇਤਨਤਾ ਕਰਕੇ ਹੀ ਹੈ ਜਦੋਂ ਮਨੁੱਖ ਸਰੀਰ ਤਿਆਗ ਦਿੰਦਾ ਹੈ। ਇੰਦਰੀਆਂ ਤੇ ਉਦੋਂ ਵੀ ਹੁੰਦੀਆਂ ਹੀ ਹੈ, ਸਰੀਰ ਤੇ ਉਦੋਂ ਵੀ ਹੁੰਦਾ ਹੈ, ਪਰ ਚੇਤਨ ਨਹੀਂ ਹੁੰਦਾ, ਉਦੋਂ ਜੜ ਹੋ ਜਾਂਦਾ। ਚੇਤਨ ਉਹਨਾਂ ਚਿਰ ਹੁੰਦਾ ਜਿੰਨਾ ਚਿਰ ਉਹਦਾ ਪ੍ਰਕਾਸ਼ ਹੁੰਦਾ ਵਿੱਚ, ਉਹਦੀ ਸਤਾ ਹੁੰਦੀ ਹੈ। ਸੋ ਕਹਿੰਦੇ ਇਸ ਕਰਕੇ ਸਾਰੇ ਜੜ ਉਸੇ ਦੀ ਸਤਾ ਦੇ ਆਸਰੇ ਪ੍ਰਕਾਸ਼ ਚੇਤਨ ਹੋ ਰਹੇ ਹਨ ਜੀ। ਸੋ ਸਰੂਪ ਤੂੰ ਆਪਣੋ ਜਾਣ ਉਸੇ ਨੂੰ ਤੂੰ ਆਪਣਾ ਸਰੂਪ ਸਮਝ ਜੋ ਸਾਰਿਆਂ ਨੂੰ ਪ੍ਰਕਾਸ਼ ਦੇ ਰਿਹਾ ਹੈ। ਨਿਰਵਿਕਾਰ ਅਬਿਨਾਸ਼ੀ ਮਾਨ ਜਿਹੜਾ ਨਿਰਵਿਕਾਰੀ ਹੈ ਤੇ ਨਾਸ਼ ਤੋਂ ਰਹਿਤ ਅਬਿਨਾਸ਼ੀ ਹੈ ਜੀ। ਆਤਮ ਸੋ ਸੰਬੰਧ ਬੁੱਧ ਪਾਏ ਇਹ ਬੁੱਧੀ ਜਦੋਂ ਆਤਮਾ ਦੇ ਨਾਲ ਸੰਬੰਧ ਪੈਦਾ ਕਰਦੀ ਹੈ ਆਪਣਾ, ਨਹੀਂ ਵਾਸਤਵ ਕਲਪਤ ਗਾਏ ਉਹ ਵਾਸਤਵਿਕ ਸੰਬੰਧ ਨਹੀਂ ਹੁੰਦਾ, ਕਲਪਿਤ ਸੰਬੰਧ ਹੁੰਦਾ ਹੈ, ਕਲਪਿਆ ਹੋਇਆ। ਬੁੱਧੀ ਜਦੋਂ ਸੰਬੰਧ ਬਣਾ ਲੈਂਦੀ ਹੈ ਆਤਮਾ ਦੇ ਨਾਲ ਤੇ ਫਿਰ ਸਮਝਦੀ ਹੈ ਵੀ ਇਹੀ ਸੱਤ ਹੈ, ਇਹੀ ਸਰੂਪ ਹੈ ਜੀ। ਬੁੱਧ ਸੋ ਮਨ ਸੰਬੰਧ ਹੋਏ ਜਾਵੇ ਫਿਰ ਇਸੇ ਤਰੀਕੇ ਨਾਲ ਬੁੱਧੀ ਦੇ ਨਾਲ ਮਨ ਦਾ ਸੰਬੰਧ ਹੋ ਜਾਂਦਾ ਹੈ। ਮਨ ਸੋ ਇੰਦਰੀ ਤਿਮ ਹੀ ਪਾਵੇ ਇਸੇ ਤਰੀਕੇ ਨਾਲ ਮਨ ਦੇ ਨਾਲ ਇੰਦਰੀਆਂ ਦਾ ਸੰਬੰਧ ਬਣ ਜਾਂਦਾ ਹੈ, ਕਲਪਿਤ ਸੰਬੰਧ ਹੁੰਦਾ। ਇਹ ਸਾਰਾ ਹੈ ਪਰਮੇਸ਼ਰ ਦੀ ਸੱਤਾ ਤੋਂ ਪ੍ਰਾਪਤ ਹੋ ਰਿਹਾ ਬੁੱਧੀ ਨੂੰ ਵੀ, ਬੁੱਧੀ ਤੋਂ ਮਨ ਨੂੰ, ਮਨ ਤੋਂ ਇੰਦਰੀਆਂ ਨੂੰ। ਮਨ ਦੀ ਪ੍ਰੇਰਕ ਬੁੱਧੀ ਹੈ ਤੇ ਮਨ ਗਾਂ ਇੰਦਰੀਆਂ ਦਾ ਪ੍ਰੇਰਕ ਹੈ। ਸੋ ਇਸ ਤਰੀਕੇ ਦੇ ਨਾਲ ਇੱਕ ਕਲਪਿਤ ਸੰਬੰਧ ਦੇ ਆਸਰੇ ਚੱਲਦਾ ਆ ਰਿਹਾ ਹੈ ਸਭ ਕੁਝ। ਜਿਵੇਂ ਬਿਜਲੀ ਘਰ ਦੇ ਵਿੱਚ ਹੈ, ਉੱਥੋਂ ਟਰਾਂਸਫਾਰਮ ਵਿੱਚ ਆਉਂਦੀ ਆ, ਟਰਾਂਸਫਾਰਮ 'ਚੋਂ ਆਪਣੇ ਘਰ ਦੇ ਵਿੱਚ ਜਿਹੜੀ ਮੀਟਰ ਲੈ ਕੇ ਕੇਬਲ ਲਾਉਣੇ ਉਹਦੇ ਰਾਹੀਂ ਘਰ ਦੇ ਵਿੱਚ ਆਉਂਦੀ ਹੈ। ਫਿਰ ਅੱਗੇ ਬਲਬਾਂ ਦੇ ਵਿੱਚ, ਪੱਖਿਆਂ ਦੇ ਵਿੱਚ, ਕੂਲਰਾਂ ਦੇ ਵਿੱਚ, ਟੀਵੀਆਂ ਦੇ ਵਿੱਚ ਆਣ ਪ੍ਰਵੇਸ਼ ਕਰਦੀ ਹੈ। ਇਉਂ ਹੀ ਬਿਜਲੀ ਘਰ ਉਹੀ ਆਤਮਿਕ ਸਰੂਪ ਆ, ਉਹਦੇ ਤੋਂ ਬੁੱਧੀ ਨੂੰ ਪ੍ਰਾਪਤ ਹੁੰਦਾ ਹੈ ਕਰੰਟ, ਬੁੱਧੀ ਤੋਂ ਮਨ ਦੇ ਪਾਸ ਪਹੁੰਚਦਾ ਹੈ, ਮਨ ਤੋਂ ਅੱਗੇ ਇੰਦਰੀਆਂ ਦੇ ਪਾਸ ਪਹੁੰਚਦਾ ਹੈ। ਅੱਖਾਂ ਦੇ ਰਾਹੀਂ, ਕੰਨਾਂ ਦੇ ਰਾਹੀਂ ਕੰਮ ਕਰਦਾ, ਉਹ ਰਸਨਾਂ ਦੇ ਰਾਹੀਂ ਕੰਮ ਕਰਦਾ, ਹੱਥਾਂ ਦੇ ਰਾਹੀਂ ਕੰਮ ਕਰਦਾ। ਇਹਨੂੰ ਹੁਣ ਕਲਪਿਤ ਸੰਬੰਧ ਹੋ ਜਾਂਦਾ ਮਨੁੱਖ ਨੂੰ। ਹੁਣ ਇਹ ਨਹੀਂ ਜੇ ਬਿਜਲੀ ਘਰ 'ਚੋਂ ਕੱਟ ਲੱਗ ਜੇ, ਟਰਾਂਸਫਾਰਮਰ ਥੋੜ੍ਹੀ ਇਕੱਲਾ ਬਲਬ ਜਗਾ ਸਕਦਾ, ਜਾਂ ਘਰ ਦੇ ਵਿੱਚ ਲੱਗੇ ਹੋਏ ਸਵਿੱਚ ਔਨ ਆਫ ਜਿੰਨੇ ਮਰਜ਼ੀ ਕਰੀ ਜਾਓ, ਜਿੰਨਾ ਚਿਰ ਬਲਬ ਕਰੰਟ ਪਿੱਛੋਂ ਬਿਜਲੀ ਘਰ 'ਚੋਂ ਨਹੀਂ ਆਉਂਦਾ ਉਨਾ ਚਿਰ ਬਲਬ ਪੱਖੇ ਨਹੀਂ ਚੱਲਣੇ। ਇਉਂ ਹੀ ਅਸਲੀ ਪ੍ਰਕਾਸ਼ ਉਸ ਆਤਮਾ ਦਾ ਜੋ ਸਾਰੇ ਸਰੀਰਾਂ ਦੇ ਅੰਗਾਂ ਦੀ ਪ੍ਰਚਾਲਕ ਆ, ਜਿਹਦੇ ਪ੍ਰਕਾਸ਼ ਸਮਰੱਥਾ ਨਾਲ ਹੱਥਾਂ ਵਿੱਚ ਸ਼ਕਤੀ ਆ, ਨੇਤਰਾਂ ਵਿੱਚ ਸ਼ਕਤੀ ਹੈ, ਕੰਨਾਂ ਵਿੱਚ ਸ਼ਕਤੀ ਹੈ, ਰਸਨਾਂ ਵਿੱਚ ਸ਼ਕਤੀ ਹੈ, ਸਾਰੇ ਇੰਦਰੀਆਂ ਵਿੱਚ ਵੱਖੋ ਵੱਖਰੀ ਸ਼ਕਤੀ ਹੈ। ਕਿਸੇ ਵਿੱਚ ਵੇਖਣ ਦੀ, ਕਿਸੇ ਵਿੱਚ ਸੁਣਨ ਦੀ, ਕਿਸੇ ਵਿੱਚ ਬੋਲਣ ਦੀ, ਸੋ ਕਿਸੇ ਵਿੱਚ ਸਪਰਸ਼ ਦੀ, ਪਕੜਨ ਦੀ, ਚੱਲਣ ਦੀ, ਸਭ ਆਪੋ ਆਪਣੀ ਜਗ੍ਹਾ ਇਸ ਤਰੀਕੇ ਦੇ ਨਾਲ ਉਹਦੇ ਤੋਂ ਚੇਤਨਤਾ ਪ੍ਰਾਪਤ ਕਰਕੇ ਚੇਤਨ ਹੋ ਰਹੇ ਹਨ ਜੀ। ਇੰਦਰਾ ਸੰਗ ਪਦਾਰਥ ਹੋਏ ਇੰਦਰੀਆਂ ਦੇ ਨਾਲ ਫਿਰ ਪਦਾਰਥਾਂ ਦਾ ਮੋਹ ਪੈ ਜਾਂਦਾ, ਬੰਦੇ ਦਾ ਸੰਬੰਧ ਬਣ ਜਾਂਦਾ ਹੈ। ਜਿਵੇਂ ਸਰੀਰ ਤੇ ਧਾਰਨ ਕੀਤੇ ਹੋਏ ਕੱਪੜੇ ਦਾ ਸੰਬੰਧ ਬਣ ਗਿਆ ਵੀ ਇਹ ਮੇਰਾ ਹੈ, ਇਸੇ ਤਰੀਕੇ ਜਿਹੜੇ ਕਮਰੇ 'ਚ ਰਹਿੰਦਾ, ਘਰ ਵਿੱਚ ਰਹਿੰਦਾ, ਉਹਦੇ ਨਾਲ ਸੰਬੰਧ ਬਣ ਗਿਆ ਵੀ ਇਹ ਮੇਰਾ ਹੈ। ਜਿਹੜੇ ਦਫ਼ਤਰ ਜਾਂਦਾ, ਡਿਊਟੀ ਕਰਦਾ, ਉਹਦੇ ਨਾਲ ਸੰਬੰਧ ਬਣ ਗਿਆ ਵੀ ਇਹ ਮੇਰਾ ਹੈ। ਸੋ ਇਹ ਸਾਰੇ ਕਲਪਿਤ ਸੰਬੰਧ ਹੋ ਜਾਂਦੇ ਆ ਜੀਵ ਦੇ। ਇਸ ਤਰੀਕੇ ਨਾਲ ਇਹ ਵੱਧਦੇ ਹੀ ਜਾਂਦੇ ਹਨ ਅੱਗੇ ਦੀ ਅੱਗੇ। ਜਾਣਿਓ ਪਰ ਜਗਤ ਹੈ ਜੋਏ ਉਹਦੇ ਤੋਂ ਅੱਗੇ ਕਲਪਿਤ ਸੰਬੰਧ ਕਰਕੇ ਸਾਰਾ ਸੰਸਾਰ ਜਾਣੀਦਾ ਹੈ। ਫਿਰ ਇਸ ਸੰਸਾਰ ਦੇ ਵਿੱਚ ਇਸ ਦੀ ਸੁਰਤ ਅਭੇਦ ਹੋ ਜਾਂਦੀ ਹੈ, ਰਸ ਮਾਣਦੀ ਹੈ ਜੀ। ਇੰਦਰਾ ਤੇ ਮਨ ਲੇਹੋ ਹਟਾਏ ਜੇ ਕਰਕੇ ਇੰਦਰੀਆਂ ਦੇ ਨਾਲੋਂ ਮਨ ਹਟ ਜਾਵੇ, ਮੁੜ ਜਾਵੇ ਮਨ ਇੰਦਰੀਆਂ ਵਾਲੇ ਪਾਸਿਓਂ, ਔਰ ਅੰਤਰ ਕੀ ਰਾਖ ਇਸ ਮਨ ਨੂੰ ਇੰਦਰੀਆਂ ਵਾਲੇ ਪਾਸਿਓਂ ਪਕੜ ਕੇ ਮੋੜ ਕੇ ਅੰਦਰ ਟਿਕਾ ਕੇ ਰੱਖ ਲਿਆ ਜਾਵੇ, ਬਿਰਤੀ ਨੂੰ ਅੰਤਰਮੁਖ ਕਰ ਲਿਆ ਜਾਵੇ। ਮਿਟਹਿ ਜਗਤ ਆਤਮ ਸੋ ਮਿਲੈ ਫਿਰ ਇਸ ਸੰਸਾਰ ਹੈ ਜਿਹੜਾ ਪਰਛਾਵਾਂ ਉਸ ਪਰਮੇਸ਼ਰ ਦਾ ਮਿਟ ਜਾਏਗਾ ਤੇ ਇਸ ਨੂੰ ਸਰੂਪ ਦੀ ਪ੍ਰਾਪਤੀ ਹੋ ਜਾਏਗੀ, ਰੂਪ ਦੀ ਪ੍ਰਾਪਤੀ ਹੋ ਜਾਏਗੀ। ਜਿਵੇਂ ਰੱਸੀ ਵਿੱਚ ਸੱਪ ਕਲਪਤ ਹੈ, ਉਹ ਅਸਲੀਅਤ ਨਹੀਂ ਹੈ।
ਹਨੇਰੇ ਦੇ ਵਿੱਚ ਪਈ ਹੋਈ ਰੱਸੀ ਭੁਲੇਖੇ ਵਸ ਸੱਪ ਨਜ਼ਰ ਆਉਂਦੀ ਆ। ਜਿੰਨਾ ਚਿਰ ਭੁਲੇਖਾ ਰਹਿੰਦਾ ਰੱਸੀ ਨੂੰ ਸੱਚੀ ਸੱਪ ਸਮਝੀ ਰੱਖਦਾ, ਡਰਦਾ ਉਹਦੇ ਤੋਂ ਵੀ ਕਿਤੇ ਮੈਨੂੰ ਡੰਗ ਨਾ ਮਾਰ ਦੇਵੇ। ਭਾਉ ਕਰਦਾ ਪੂਰਾ ਪਤਾ ਨਹੀਂ, ਪਤਾ ਵੀ ਇਹ ਰੱਸੀ ਆ, ਇਸ ਕਰਕੇ ਡਰਦਾ ਹੈ। ਜਦੋਂ ਕਿਸੇ ਸਾਧਨ ਦੇ ਨਾਲ, ਬੈਟਰੀ, ਲੰਪ, ਦੀਵੇ ਦੇ ਨਾਲ, ਚਾਨਣ ਲੋ ਦੇ ਨਾਲ ਉਸ ਰੱਸੀ ਦੀ ਪਰਖ ਕਰ ਲੈਂਦਾ ਵੀ ਇਹ ਸੱਪ ਨਹੀਂ, ਇਹ ਤਾਂ ਰੱਸੀ ਆ। ਫਿਰ ਜਿਹੜੀ ਰੱਸੀ ਨੂੰ ਸੱਪ ਸਮਝ ਕੇ ਡਰਦਾ ਸੀ, ਉਸੇ ਰੱਸੀ ਦੇ ਉੱਪਰੋਂ ਦੀ ਪੈਰ ਰੱਖ ਕੇ ਲੰਘ ਜਾਂਦਾ, ਕਿਉਂਕਿ ਪਤਾ ਲੱਗ ਗਿਆ ਵੀ ਇਹ ਸੱਪ ਨਹੀਂ। ਹੁਣ ਕਮਾਲ ਦੀ ਗੱਲ ਹੈ ਵੀ ਭੁਲੇਖੇ ਦਾ ਸੱਪ ਸੀ ਜਿਹੜਾ ਰੱਸੀ ਵਿੱਚੋਂ ਪੈਦਾ ਹੋਇਆ, ਉਹ ਕਿੱਧਰ ਗਿਆ? ਜਦੋਂ ਭੁਲੇਖਾ ਦੂਰ ਹੋਇਆ ਉਹ ਰੱਸੀ ਵਿੱਚ ਹੀ ਅਲੋਪ ਹੋ ਗਿਆ, ਉਹ ਰੱਸੀ ਦੇ ਵਿੱਚ ਹੀ ਸਮਾ ਗਿਆ। ਇਉਂ ਹੀ ਸਾਧਨਾ ਦੇ ਨਾਲ ਜਦੋਂ ਬ੍ਰਹਮ ਗਿਆਨ ਦੀ ਲੋ ਪੈਦਾ ਹੁੰਦੀ ਹੈ ਨਾ, ਮਤ ਵਿੱਚ ਪ੍ਰਕਾਸ਼ ਪੈਦਾ ਹੁੰਦਾ, ਬੁੱਧੀ ਦੇ ਵਿੱਚ ਬਿਰਤੀ ਬ੍ਰਹਮਾਕਾਰ ਹੁੰਦੀ ਆ, ਇਹ ਸਾਰਾ ਸੰਸਾਰ ਬ੍ਰਹਮ ਦੇ ਵਿੱਚ ਹੀ ਅਭੇਦ ਹੋ ਜਾਂਦਾ, ਇਹਦੀ ਹੋਂਦ ਮਿਟ ਜਾਂਦੀ। ਜਿਵੇਂ ਭੁਲੇਖੇ ਦਾ ਸੱਪ ਰੱਸੀ ਚੋਂ ਪੈਦਾ ਹੋਇਆ, ਰੱਸੀ ਵਿੱਚ ਹੀ ਵੜ ਗਿਆ, ਅਭੇਦ ਹੋ ਗਿਆ। ਇਉਂ ਹੀ ਭੁਲੇਖੇ ਵਸ ਕਲਪਤ ਸੰਬੰਧ ਦਾ ਕਰਕੇ ਭਾਸਦਾ ਸੰਸਾਰ, ਜਦੋਂ ਭੁਲੇਖਾ ਮਿਟਦਾ ਫਿਰ ਇਹ ਬ੍ਰਹਮ ਦੇ ਵਿੱਚ ਹੀ ਅਭੇਦ ਹੋ ਜਾਂਦਾ। ਉੱਥੇ ਇਸੇ ਕਰਕੇ ਫਿਰ ਕਹਿੰਦੇ ਤੁਹੀ ਤੁਹੀ ਜਲਸ ਤੁਹੀ ਥਲਸ ਤੁਹੀ, ਇਉਂ ਫਿਰ ਧੁਨੀ ਉੱਠਦੀ ਹੈ। ਫਿਰ ਪਤਾ ਲੱਗਦਾ ਵੀ ਇੱਥੇ ਹੋਰ ਕੁਛ ਹੈ ਹੀ ਨਹੀਂ, ਜੋ ਕੁਛ ਹੈ ਉਹ ਸਭ ਵਾਹਿਗੁਰੂ ਹੀ ਹੈ। ਫਰੀਦਾ ਖਲਕ ਮਹਿ ਖਾਲਕ, ਖਲਕ ਵਸੈ ਰੱਬ ਮਾਹੇ। ਇਹ ਸੰਸਾਰ ਰੱਬ ਵਿੱਚ ਆ ਤੇ ਰੱਬ ਸੰਸਾਰ ਦੇ ਵਿੱਚ ਵਸ ਰਿਹਾ ਹੈ ਜੀ। ਸਥਿਰਤਾ ਲਹੈ ਬਹੁਰ ਨਹਿ ਚਲੈ। ਫਿਰ ਇਹ ਮਨ ਹੈ ਜਿਹੜਾ ਸਥਿਰਤਾ ਪਾ ਲੈਂਦਾ ਹੈ, ਟਿਕ ਜਾਂਦਾ ਹੈ, ਦੋਹਰੇ ਦੌੜਦਾ ਨਹੀਂ ਸੰਕਲਪਾਂ ਵਿਕਲਪਾਂ ਵਿੱਚ। ਏਮ ਸ਼੍ਰੀ ਹਰਗੋਬਿੰਦ ਬਖਾਨਾ। ਇਸ ਤਰੀਕੇ ਨਾਲ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਵਿਖਿਆਨ ਕੀਤਾ। ਤਿਜ ਉਰ ਅੰਤਰ ਕੀਨਸ ਧਿਆਨਾ। ਇਸ ਮਲਕ ਜਾਤੀ ਸਿੱਖ ਸੂਰਮੇ ਨੇ ਆਪਣੇ ਮਨ ਨੂੰ ਅੰਤਰਮੁਖ ਕਰ ਲਿਆ ਹੈ ਜੀ। ਗੁਰੂ ਕਿਰਪਾ ਤੇ ਖੁੱਲੇ ਕਪਾਟ। ਜਦੋਂ ਗੁਰੂ ਸਾਹਿਬ ਜੀ ਦੀ ਕਿਰਪਾ ਵਰਤੀ, ਅੰਦਰ ਦੇ ਕਪਾਟ ਖੁੱਲ ਗਏ। ਇਹ ਸਤਿਗੁਰਾਂ ਦੇ ਪਾਸ ਰਹਿਣ ਵਾਲਾ ਪ੍ਰੇਮੀ ਸਿੱਖ ਸੀ ਤੇ ਨਾਮ ਦੇ ਵਿੱਚ ਅਭਿਅਸਤ ਸੀ। ਹਰ ਰੋਜ਼ ਸੰਗਤ ਵੀ ਕਰਦਾ ਸੀ ਤੇ ਸੇਵਾ ਵੀ ਕਰਦਾ ਸੀ। ਇਸ ਕਰਕੇ ਗੁਰੂ ਸਾਹਿਬ ਜੀ ਦਾ ਬਖਸ਼ਿਸ਼ ਕੀਤਾ ਹੋਇਆ ਉਪਦੇਸ਼ ਸਿੱਧਾ ਬੁੱਧੀ ਵਿੱਚ ਵਸਿਆ, ਮਨ ਵਿੱਚ ਲੈ ਗਿਆ। ਮਨ ਦਾ ਸੰਬੰਧ ਇੰਦਰੀਆਂ ਨਾਲੋਂ ਟੁੱਟਿਆ ਤੇ ਬਿਰਤੀ ਅੰਤਰਮੁਖ ਹੋ ਗਈ। ਇਹ ਘਾਲਣਾ ਦੀ ਪੌੜੀ ਹੈ। ਮਾਤਰ ਜੇ ਕੋਈ ਪੜ੍ਹ ਕੇ ਕਵੇ ਅਹੰ ਬ੍ਰਹਮ ਅਸਮੀ, ਮੈਂ ਬ੍ਰਹਮ ਗਿਆਨੀ ਆ, ਮੈਂ ਕਮਾਈ ਵਾਲਾ ਹੋ ਗਿਆ, ਮਾਤਰ ਗਿਆਨ ਪੜ੍ਹਨ ਦੇ ਨਾਲ ਜੇ ਕੋਈ ਰੱਬ ਹੋਣ ਦਾ ਦਾਅਵਾ ਕਰੇ ਤਾਂ ਉਹ ਨਹੀਂ ਹੋ ਸਕਦਾ। ਹਾਂ ਠੀਕ ਹੈ, ਗਿਆਨ ਪੜ੍ਹਿਆ ਹੋਇਆ ਕਿਤੇ ਕਿਤੇ ਅਨੁਭਵ ਦੇ ਕੰਮ ਆ ਜਾਂਦਾ, ਸਹਾਇਤਾ ਦਿੰਦਾ, ਕਮਾਈ ਦੇ ਵਿੱਚ ਸਹਾਈ ਹੋ ਜਾਂਦਾ, ਕਮਾਈ ਸੁਖਾਲੀ ਹੋ ਜਾਂਦੀ ਹੈ, ਉਹ ਇੱਕ ਵੱਖਰਾ ਵਿਸ਼ਾ ਹੈ। ਪਰ ਨਿਰਾ ਪੜ੍ਹਨ ਦੇ ਨਾਲ ਕਿਸੇ ਨੂੰ ਪ੍ਰਾਪਤੀ ਨਹੀਂ ਹੁੰਦੀ। ਪ੍ਰਾਪਤੀ ਕਮਾਈ ਦੇ ਨਾਲ ਹੁੰਦੀ ਹੈ, ਅਨੁਭਵ ਦੇ ਨਾਲ ਹੁੰਦੀ ਹੈ। ਇਸੇ ਕਰਕੇ ਮਹਾਰਾਜ ਸਾਹਿਬ ਨੇ ਬਖਸ਼ਿਸ਼ ਕੀਤੀ, ਪੜ੍ਹਿਆ ਮੂਰਖ ਆਖੀ ਹੈ ਜਿਸ ਲੱਭ ਲੋਭ ਅਹੰਕਾਰ। ਉਹ ਪੜ੍ਹਿਆ ਹੋਇਆ ਮੂਰਖ ਹੁੰਦਾ ਹੈ ਜਿਹੜਾ ਆਪਣੇ ਅਹੰਕਾਰ ਦੇ ਵਿੱਚ ਹੁੰਦਾ ਵੀ ਮੈਂ ਹੀ ਹਾਂ ਸਭ ਕੁਛ। ਉਹ ਥੋੜ੍ਹੀ ਸੁਣਦਾ ਫਿਰ ਕਿਸੇ ਦੀ, ਕੋਈ ਜਿੰਨਾ ਮਰਜ਼ੀ ਲੱਖ ਸਮਝਾਈ ਜਾਵੇ, ਉਹਦੀ ਬਿਰਤੀ ਅਹੰਕਾਰ ਦੇ ਵਿੱਚ ਫਸੀ ਪਾਪੀ ਹੋ ਜਾਂਦੀ ਹੈ, ਪਾਪ ਹੀ ਕਮਾਉਂਦਾ। ਫਿਰ ਉਹ ਜਾਣ ਬੁੱਝ ਕੇ ਕਮਾਉਂਦਾ, ਨਾਲੇ ਪਤਾ ਹੁੰਦਾ ਆਪਣੇ ਅਨੁਭਵ ਦੇ ਨਾਲ ਵੀ ਜੋ ਮੈਂ ਕਰ ਰਿਹਾ ਪਾਪ ਆ, ਇਹ ਸਹੀ ਨਹੀਂ ਗਲਤ ਆ, ਫਿਰ ਵੀ ਕਰਦਾ ਅਹੰਕਾਰ ਦਾ ਮਾਰਿਆ। ਕਰਮ ਮਾੜੇ ਆ ਨਾ, ਦੰਡ ਭੁਗਤਣਾ ਉਹਨੇ, ਅੱਜ ਨਹੀਂ ਤੇ ਕੱਲ ਭੁਗਤੇਗਾ ਹੀ ਭੁਗਤੇਗਾ। ਸੋ ਇਸ ਕਰਕੇ ਇਹ ਮਲਕ ਜਾਤੀ ਸਿੱਖ ਸੂਰਮੇ ਦੀ ਕਮਾਈ ਸੀ, ਅਭਿਆਸ ਵੀ ਸੀ, ਅਭਿਅਸਤ ਸੀ, ਸਤਿਗੁਰਾਂ ਦਾ ਹਜ਼ੂਰੀ ਸਿੱਖ ਸੀ, ਸਿਮਰਨ ਕਰਦਾ ਸੀ, ਸਤਸੰਗੀ ਦੋਨੋਂ ਵਕਤ ਦਾ ਸੀ। ਜਿਸ ਸਮੇਂ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਸਾਵਧਾਨ ਹੋਣਾ, ਇਹਨੇ ਵੀ ਨਾਲ ਸਾਵਧਾਨ ਹੋਣਾ। ਜਿਵੇਂ ਗਰੀਬ ਨਵਾਜ ਨੇ ਆ ਕੇ ਸਤਸੰਗਤ ਦੇ ਵਿੱਚ ਜੁੜਨਾ, ਇਹਨੇ ਵੀ ਨਾਲ ਜੁੜਨਾ। ਜਿਸ ਕਾਰਜ ਹਿਤ ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਜਾਣਾ, ਨਾਲ ਸੇਵਾ ਦੇ ਵਿੱਚ ਹਾਜ਼ਰ ਰਹਿਣਾ। ਸੋ ਕਮਾਈ ਸੀ, ਇਹਦੀ ਕਮਾਈ ਤੋਂ ਪ੍ਰਸੰਨ ਹੋਏ। ਇਸ ਨੂੰ ਗਿਆਨ ਦੇਣ ਦਾ ਵਕਤ ਨੇੜੇ ਸੀ, ਇਸ ਜਨਮ ਵਿੱਚ ਮੁਕਤੀ ਦੇਣੀ ਸੀ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ। ਸਰੀਰ ਸ਼ਾਂਤ ਹੋਣ ਲੱਗਿਆ, ਸੋ ਆਪਣੇ ਬਚਨਾਂ ਦੇ ਰਾਹੀਂ ਮਨ ਦੀ ਬਿਰਤੀ ਮੋੜ ਕੇ ਇਹਦੀ ਅੰਤਰਮੁਖ ਕੀਤੇ ਤੇ ਬਿਰਤੀ ਬ੍ਰਹਮਾਕਾਰ ਕਰਕੇ ਬ੍ਰਹਮ ਦੇ ਵਿੱਚ ਅਭੇਦ ਕਰਾ ਦਿੱਤੀ।
ਇਹ ਗੁਰੂ ਦੀ ਬਖਸ਼ਿਸ਼ ਤੋਂ ਬਿਨਾਂ ਨਹੀਂ ਹੋ ਸਕਦਾ। ਘਾਲਣਾ ਤੇ ਗੁਰੂ ਦੀ ਬਖਸ਼ਿਸ਼, ਇਹ ਦੋ ਖੰਭ ਹੈ ਤਤ ਗਿਆਨ ਦੇ, ਅਸਮਾਨ ਦੇ ਵਿੱਚ ਉਡਾਰੀਆਂ ਲਾਉਣ ਦੇ। ਘਾਲਣਾ ਵੀ ਅਤਿਅੰਤ ਜ਼ਰੂਰੀ ਹੈ ਤੇ ਗੁਰੂ ਸਾਹਿਬ ਜੀ ਦੀ ਖੁਸ਼ੀ ਵੀ ਅਤਿਅੰਤ ਜ਼ਰੂਰੀ ਹੈ। ਘਾਲਣਾ ਤੋਂ ਬਿਨਾਂ ਗੁਰੂ ਸਾਹਿਬ ਜੀ ਦੀ ਖੁਸ਼ੀ ਨਹੀਂ ਪ੍ਰਾਪਤ ਹੋ ਸਕਦੀ। ਸੋ ਸਾਧੂ ਸੰਗ ਮਸਕਤੇ ਤੁਠੈ ਪਾਈਐ ਦੇਵ। ਗੁਰੂ ਸਾਹਿਬ ਜੀ ਦੇ ਨਾਲ ਘਾਲਣਾ ਕਰਨੀ, ਜਦੋਂ ਪ੍ਰਸੰਨ ਹੋ ਗਏ ਪਰਮੇਸ਼ਰ ਦੀ ਪ੍ਰਾਪਤੀ। ਉਹ ਪ੍ਰਾਪਤੀ ਇਉਂ ਘਾਲਣਾ ਦੇ ਨਾਲ ਸਤਿਗੁਰਾਂ ਨੂੰ ਪ੍ਰਸੰਨਤਾ ਕਰਕੇ ਪ੍ਰਾਪਤ ਕਰ ਰਹੇ ਹਨ, ਕੱਲਾ ਗਿਆਨ ਦੇ ਨਾਲ ਨਹੀਂ, ਸਤਿਗੁਰੂ ਦੀ ਪ੍ਰਸੰਨਤਾ ਤੇ ਘਾਲਣਾ ਨਾਲ ਜੀ। ਰਾਗ ਦੁਐਸ਼ ਕੋ ਨਾਸਿਓ ਠਾਟ। ਜਿਹੜਾ ਲੱਗਿਆ ਹੋਇਆ ਸੀ ਕਪਟ ਦਰਵਾਜ਼ਾ ਠਾਟ ਬੰਨ ਵੱਜਿਆ ਹੋਇਆ ਸੀ, ਰਾਗ ਦਾ ਤੇ ਦਵੈਖ ਦਾ, ਦੁੱਖ ਸੁੱਖ ਦਾ, ਖੁਸ਼ੀ ਗਮੀ ਦਾ, ਉਹ ਗਰੀਬ ਨਵਾਜ ਸੱਚੇ ਪਾਤਸ਼ਾਹ ਦੀ ਮਿਹਰ ਦੇ ਨਾਲ ਨਾਸ਼ ਹੋ ਗਿਆ ਹੈ ਜੀ। ਦੁਬਦਾ ਕੀ ਸਾਂਕਰ ਛੁੱਟ ਗਈ। ਦੁਵੈਤ ਦੀ ਜਿਹੜੀ ਬੈੜੀ ਪਈ ਹੋਈ ਸੀ, ਦੁਬਦਾ ਦੀ, ਚਿੱਤ ਦੁਬਦਾ ਦੇ ਵਿੱਚ ਰਹਿੰਦਾ ਸੀ, ਉਹ ਸੰਗਲ ਵੀ ਖੁੱਲ ਗਿਆ ਹੈ। ਬ੍ਰਿਤੀ ਸਰੂਪ ਵਿਖੈ ਥਿਰ ਭਈ। ਬਿਰਤੀ ਨਿਜੀ ਸਰੂਪ ਦੇ ਵਿੱਚ ਸਥਿਰ ਹੋ ਗਈ ਹੈ, ਅਡੋਲ ਹੋ ਗਈ ਹੈ, ਅਡਿੱਗ ਹੋ ਗਈ। ਆਪਨ ਹਿਰਦੈ ਮਹਿ ਅਚਰਜ ਜਾਨਾ। ਆਪਣੇ ਹਿਰਦੇ ਦੇ ਵਿੱਚ ਅਚਰਜ ਹੋ ਗਏ। ਭਾਈ ਜਾਤੀ ਮਲਕ ਜੀ ਹੈਰਾਨ ਹੋ ਗਏ, ਨਾਨਕ ਅਚਰਜ ਸਿਉ ਮਿਲਿਓ ਵਾਲੀ ਕਲਾ ਵਰਤ ਗਈ। ਪ੍ਰਾਪਤ ਰਸ ਭਾ ਆਨੰਦ ਮਹਾਨਾ। ਬਹੁਤ ਭਾਰੀ ਆਨੰਦ ਰਸ ਉਸ ਸਮੇਂ ਪ੍ਰਾਪਤ ਹੋਇਆ ਹੈ ਸਿੱਖ ਸੂਰਮੇ ਨੂੰ। ਨੇਤਰ ਮੂੰਦ ਕਰਕੇ ਤਿਕ ਕਾਲ। ਇਉਂ ਹੀ ਨੇਤਰ ਬੰਦ ਕਰਕੇ ਕਿੰਨਾ ਸਮਾਂ। ਲਖਿਓ ਹਿਰਦੈ ਮਹਿ ਅਦਭੁਤ ਖਿਆਲ। ਆਪਣੇ ਹਿਰਦੇ ਦੇ ਅਦਭੁਤ ਹੈਰਾਨ ਕਰਨ ਵਾਲੇ, ਵਿਸਮੈ ਕਰਨ ਵਾਲੇ ਰੰਗਾਂ ਦੇ ਵਿੱਚ ਗਵਾਚੇ ਰਹੇ ਜਾਤੀ ਮਲਕ ਜੀ। ਬਾਹਰ ਗੁਰੂ ਬੈਠੇ ਢਿਗ ਹੀਰੇ। ਫਿਰ ਨੇਤਰ ਖੋਲੇ ਹਨ, ਵੇਖਿਆ ਹੈ ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਪਾਸ ਹੀ ਵਿਰਾਜਮਾਨ ਹੈ ਜੀ। ਬੰਦਨ ਕਰ ਗੁਣ ਜਾਨ ਵਡੇਰੇ। ਸਤਿਗੁਰਾਂ ਦੇ ਮਹਾਨ ਗੁਣਾਂ ਨੂੰ ਪਰਖ ਕਰਕੇ ਆਤਮ ਸ਼ੈਣੀ ਮਤ ਦੇ ਨਾਲ ਗਰੀਬ ਨਵਾਜ ਸੱਚੇ ਪਾਤਸ਼ਾਹ ਨੂੰ ਨਮਸਕਾਰ ਕੀਤੀ। ਮਹਿਮਾ ਕਹੀ ਨਾ ਤੁਮ ਸਮ ਆਨ। ਕਹਿਣ ਲੱਗਾ ਗਰੀਬ ਨਵਾਜ ਸੱਚੇ ਪਾਤਸ਼ਾਹ, ਗੁਰੂ ਜੀ ਦੀ ਮਹਿਮਾ ਕੀਤੀ ਫਿਰ ਵੀ ਤੁਹਾਡੇ ਬਰਾਬਰ ਹੋਰ ਨਹੀਂ ਹੈ ਕੋਈ ਦੂਸਰਾ ਇਸ ਸੰਸਾਰ ਵਿੱਚ ਜੀ। ਉਹ ਉਪਮਾ ਮੈਂ ਕਰਾਂ ਬਖਾਨ। ਕਿਹੜੀ ਉਪਮਾ ਮੈਂ ਆਪ ਜੀ ਦੀ ਵਿਖਿਆਨ ਕਰਾਂ। ਵੇਖੋ ਸੰਗਤ ਜੀ, ਜਾਤੀ ਮਲਕ ਸੂਰਮਾ ਦੋ ਜੰਗ ਲੜ ਚੁੱਕਿਆ ਸਤਿਗੁਰਾਂ ਦੇ ਨਾਲ, ਅਨੇਕਾਂ ਜ਼ਖਮ ਸਰੀਰ ਤੇ ਸਹਾਰੇ, ਸਾਰੀ ਉਮਰ ਬਤੀਤ ਕਰ ਦਿੱਤੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ। ਇਹਦੇ ਵੱਡੇ ਵਡੇਰੇ ਸੇਵਾ ਕਰਦੇ ਰਹੇ ਤੇ ਹੁਣ ਗਰੀਬ ਨਵਾਜ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਦੇ ਨਾਲ ਗਿਆਨ ਪ੍ਰਾਪਤ ਕਰਕੇ ਕਹਿੰਦਾ ਵੀ ਤੁਹਾਡੇ ਵਰਗਾ ਕੋਈ ਨਹੀਂ, ਤੁਹਾਡੀ ਮਹਿਮਾ ਮੈਂ ਕੀ ਕਰਾਂ। ਤੇ ਅਸੀਂ 2 ਬੁੱਕਾਂ ਪੜ੍ਹਦੇ ਹਾਂ ਗਿਣਤੀ ਦੀਆਂ, ਪਤਾ 10 ਪੜ੍ਹ ਲਵਾਂਗੇ, 20 ਪੜ੍ਹ ਲਵਾਂਗੇ, 10-20 ਬੁੱਕਾਂ ਪੜ੍ਹ ਕੇ ਕਹਿੰਦੇ ਆ ਵੀ ਗੁਰੂ ਐਂ ਕਰ ਸਕਦਾ ਸੀ, ਕਿ ਗੁਰੂ ਦਾ ਕੀਤਾ ਇਉਂ ਹੋ ਸਕਦਾ ਸੀ, ਕਿ ਗੁਰੂ ਇਹ ਲਿਖ ਸਕਦਾ ਸੀ। ਸਾਧ ਸੰਗਤ ਜੀ ਕਿਸ ਤਰੀਕੇ ਨਾਲ ਨਿਰਣਾ ਕਰ ਸਕਦੇ ਆ। ਘਾਲਣਾ ਕਰਨੀ ਪੈਣੀ ਹੈ, ਮਸ਼ੱਕਤ ਕਰਨੀ ਪੈਣੀ ਹੈ। ਕੱਲਾ ਪੜ੍ਹਿਆ ਨਹੀਂ, ਸੇਵਾ ਕੀਤਿਆਂ, ਸਿਮਰਨ ਕੀਤਿਆਂ ਪਤਾ ਲੱਗਣਾ ਹੈ ਵੀ ਗੁਰੂ ਕੀ ਕਰ ਸਕਦਾ ਸੀ ਤੇ ਗੁਰੂ ਕੀ ਲਿਖ ਸਕਦਾ ਸੀ, ਤੇ ਗੁਰੂ ਨੇ ਕੀ ਲਿਖਿਆ ਤੇ ਕਿਉਂ ਲਿਖਿਆ, ਗੁਰੂ ਨੇ ਕੀ ਕੀਤਾ ਹੈ ਤੇ ਕਿਉਂ ਕੀਤਾ ਹੈ। ਇਹ ਕਮਾਈ ਨਾਲ ਪ੍ਰਾਪਤ ਹੋਣ ਵਾਲੀਆਂ ਪ੍ਰਾਪਤੀਆਂ, ਗੱਲਾਂ ਬਾਤੀ ਨਹੀਂ, 4 ਬੁੱਕਾਂ ਪੜ੍ਹ ਕੇ ਨਹੀਂ। ਸੋ ਜਾਤੀ ਮਲਕ ਜੀ ਨੇ ਕਪਾਟ ਖੁੱਲ੍ਹਦਿਆਂ ਸਾਰ, ਬਿਰਤੀ ਬ੍ਰਹਮਾਕਾਰ ਹੁੰਦਿਆਂ ਸਾਰ ਸਤਿਗੁਰਾਂ ਦੀ ਮਹਿਮਾ ਕੀਤੀ। ਕਹਿੰਦਾ ਮਹਾਰਾਜ ਕੀ ਵਡਿਆਈ ਕਵਾਂ ਜੀ ਆਪ ਜੀ ਦੀ। ਆਪਣੋ ਜਾਨ ਗਿਆਨ ਮੁਝ ਦੀਨ। ਤੁਸੀਂ ਮੇਰੇ ਤੇ ਮਿਹਰ ਕੀਤੀ ਹੈ, ਮੈਨੂੰ ਆਪਣਾ ਜਾਣ ਕਰਕੇ ਮੈਨੂੰ ਗਿਆਨ ਬਖਸ਼ਿਸ਼ ਕੀਤਾ ਹੈ ਜੀ। ਜਿਸ ਕੋ ਜੋਗੀ ਸਕਹਿ ਨਾ ਕੀਨ। ਜਿਸ ਗਿਆਨ ਦੇ ਤਾਈਂ ਜੋਗੀ ਵੀ ਪ੍ਰਾਪਤ ਨਹੀਂ ਕਰ ਸਕਦੇ ਹਨ, ਉਹ ਗਿਆਨ ਤੁਸੀਂ ਕਿਰਪਾ ਕਰਕੇ ਮੇਰੀ ਬਿਰਤੀ ਰੂਪ ਝੋਲੀ ਵਿੱਚ ਪਾ ਦਿੱਤਾ। ਦੋਹਰਾ ਇਸ ਵਿਦ ਪ੍ਰਾਪਤ ਗਿਆਨ ਕੋ ਅੰਤ ਸਮਾ ਢਿਗ ਚੀਨ। ਇਸ ਤਰੀਕੇ ਨਾਲ ਤਤ ਗਿਆਨ ਦੀ ਪ੍ਰਾਪਤੀ ਕਰਕੇ ਵੇਖਿਆ ਹੈ ਜਾਤੀ ਮਲਕ ਜੀ ਨੇ ਆਪਣਾ ਅੰਤਮ ਸਮਾਂ ਨੇੜੇ ਆਇਆ। ਗਮਨਿਓ ਸ਼੍ਰੀ ਗੁਰ ਕੇ ਨਿਕਟ ਦਇਆ ਰਾਮ ਸੰਗ ਲੀਨ। ਪਹੁੰਚਿਆ ਹੈ ਸ਼੍ਰੀ ਗੁਰੂ
ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਪਾਸ ਆਪਣੇ ਪੁੱਤਰ ਦਇਆ ਰਾਮ ਨੂੰ ਨਾਲ ਲੈ ਕਰਕੇ ਚਉਪਈ ਸ਼੍ਰੀ ਪ੍ਰਭ ਮੈਂ ਅਬ ਤਜਾਂ ਸਰੀਰ। ਬੇਨਤੀ ਕੀਤੀ ਹੈ ਗਰੀਬ ਨਵਾਜ ਸੱਚੇ ਪਾਤਸ਼ਾਹ ਮੈਂ ਹੁਣ ਸਰੀਰ ਛੱਡ ਦੇਣਾ ਜੀ। ਦਇਆ ਰਾਮ ਸੁਤ ਤੁਮਰੇ ਤੀਰ। ਇਹ ਮੇਰਾ ਪੁੱਤਰ ਹੈ ਜੋ ਦਇਆ ਰਾਮ, ਇਹ ਤੁਹਾਡੇ ਪਾਸ ਰਹੇਗਾ। ਕਹਿ ਭੁਜ ਕੋ ਰਾਖੋ ਨਿਜ ਪਾਸ। ਇਸ ਦੀ ਬਾਹ ਪਕੜ ਕੇ ਰੱਖਣੀ, ਸਤਿਗੁਰੂ ਸੱਚੇ ਪਾਤਸ਼ਾਹ ਆਪਣੇ ਪਾਸ ਰੱਖਣਾ। ਸਗਲ ਦਵਾਰ ਕੋ ਛੱਡ ਕੇ ਗਹਿਓ ਤੁਹਾਰੋ ਦਵਾਰ, ਬਾਹੇ ਗਹੇ ਕੀ ਲਾਜੇ ਅਸ। ਗੋਬਿੰਦ ਦਾਸ ਤੁਹਾਰ ਵਾਲੀ ਦਾਤ ਮੰਗਦੇ ਆ ਸਤਿਗੁਰਾਂ ਪਾਸੋਂ। ਅਲਪ ਬੈਸ ਇਸ ਕੀ ਸੁਖ ਰਾਸ। ਇਹ ਸੁੱਖਾਂ ਦੇ ਪੂੰਜੀ ਸਤਿਗੁਰੂ ਗਰੀਬ ਨਵਾਜ, ਇਸ ਦੀ ਬਹੁਤ ਛੋਟੀ ਉਮਰ ਹੈ, ਅਜੇ ਆਰਜਾ ਬੜੀ ਘੱਟ ਹੈ ਜੀ। ਇੱਕ ਅਲੰਬ ਰਾਵਰ ਕੋ ਆਹ। ਇੱਕੋ ਹੀ ਆਸਰਾ ਹੈ ਇਹਨੂੰ ਇਸ ਸੰਸਾਰ ਵਿੱਚ, ਉਹ ਕੇਵਲ ਆਪ ਜੀ ਦਾ ਹੀ ਆਸਰਾ ਹੈ ਸੱਚੇ ਪਾਤਸ਼ਾਹ। ਨਹੀਂ ਅਪਰ ਕੋ ਜਾਚਨ ਲਹ। ਹੋਰ ਕੋਈ ਆਸਰਾ ਇਹ ਮੰਗਦਾ ਵੀ ਨਹੀਂ ਹੈ, ਇਸ ਨੂੰ ਪ੍ਰਾਪਤ ਕਰਨ ਦੀ ਇੱਛਾ ਵੀ ਨਹੀਂ, ਨਾ ਕਿਤਿਓਂ ਮੰਗ ਕੇ ਪ੍ਰਾਪਤ ਕਰ ਹੀ ਸਕਦਾ ਹੈ ਜੀ। ਸਤਿਗੁਰ ਕਹਿਓ ਹੋਏ ਬੰਡ ਭਾਗਾ। ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਕਿਹਾ ਵੱਡਿਆਂ ਭਾਗਾਂ ਵਾਲੇ ਹੋਏਗਾ ਤੇਰਾ ਪੁੱਤਰ। ਰਹਿ ਸਦਾ ਗੁਰ ਘਰ ਸੰਗ ਲਾਗਾ। ਇਹ ਸਦਾ ਤਮਾਮ ਉਮਰ ਗੁਰੂ ਘਰ ਦੇ ਨਾਲ ਜੁੜ ਕਰਕੇ ਰਹੇਗਾ, ਕਦੇ ਵੀ ਗੁਰੂ ਘਰ ਦਾ ਤਿਆਗ ਨਹੀਂ ਕਰੇਗਾ। ਦਸਮ ਗੁਰੂ ਹੋਵੇ ਜਿਸ ਕਾਲਾ। ਜਿਸ ਸਮੇਂ ਅਸੀਂ ਦਸਮ ਰੂਪ ਧਾਰਨ ਕਰਾਂਗੇ, ਦਸਵੇਂ ਗੁਰੂ ਨਾਨਕ ਦੀ ਜੋਤ ਬਣ ਕਰਕੇ ਸੰਸਾਰ ਵਿੱਚ ਵਿਚਰਾਂਗੇ। ਦੇਗ ਤੇਗ ਕੇ ਧਨੀ ਵਿਸਾਲਾ। ਜਿਸ ਸਮੇਂ ਅਸੀਂ ਉਸ ਸਮੇਂ ਦੇਗ ਅਤੇ ਤੇਗ ਦੋਵਾਂ ਦੇ ਵਿਸਾਲਾ ਬੇਅੰਤ ਧਨੀ ਹੋਵਾਂਗੇ, ਨਿਪੁੰਨ ਹੋਵਾਂਗੇ। ਮਚਹਿ ਘੋਰ ਸੰਗਰ ਭਟ ਲਰੈ। ਉਸ ਸਮੇਂ ਭਿਆਨਕ ਜੰਗ ਮੱਚਣਗੇ ਔਰ ਵੱਡੇ ਵੱਡੇ ਸੂਰਮੇ ਉਹਨਾਂ ਜੰਗਾਂ ਦੇ ਵਿੱਚ ਲੜਨਗੇ, ਹਿੱਸੇ ਲੈਣਗੇ, ਯੁੱਧ ਕਰਨਗੇ। ਤਬ ਇਹੋ ਸ਼ਸਤਰ ਯੁੱਧ ਮਹਿ ਕਰੈ। ਉਸ ਸਮੇਂ ਇਹ ਸ਼ਸਤਰਾਂ ਨਾਲ ਸ਼ਸਤਰ ਟਕਰਾਏਗਾ, ਰਣ ਭੂਮੀ ਦੇ ਵਿੱਚ ਬਹਾਦਰੀ ਦਿਖਾਏਗਾ ਆਪਣੀ। ਤਿਨ ਕੇ ਸੰਗ ਸਦਾ ਸੁਖ ਪਾਵੈ। ਗੁਰੂ ਦਸ਼ਮੇਸ਼ ਕਲਗੀਧਰ ਪਿਤਾ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਨਾਲ ਸਦਾ ਸੁਖ ਪ੍ਰਾਪਤ ਕਰੇਗਾ। ਜਸ ਬਿਦਤ ਹੈ ਜਗ ਮਹਿ ਨਰ ਗਾਵੈ। ਇਸ ਦਾ ਜਸ ਸੰਸਾਰ ਦੇ ਵਿੱਚ ਪ੍ਰਗਟ ਹੋਏਗਾ, ਗਾਉਣਗੇ ਦੂਰ ਦੂਰ ਤੱਕ। ਜਾਤੀ ਮਲਕ ਸੁਨਤ ਹਰ ਖਾਇਓ। ਸੁਣ ਕਰਕੇ ਜਾਤੀ ਮਲਕ ਜਿਹੜਾ ਸੂਰਮਾ ਸੀ ਆਪਣੇ ਹਿਰਦੇ ਦੇ ਵਿੱਚ ਬੜਾ ਪ੍ਰਸੰਨ ਹੋਇਆ ਜੀ। ਕਰ ਸਦਨ ਕੋ ਬਦਨ ਸਿਧਾਇਓ। ਔਰ ਆਪਣਾ ਮੂੰਹ ਇਸਨੇ ਘਰ ਵਾਲੇ ਪਾਸੇ ਨੂੰ ਕੀਤਾ, ਸਤਿਗੁਰਾਂ ਦੇ ਇਹ ਬਚਨ ਸੁਣ ਕੇ ਤੇ ਘਰ ਨੂੰ ਚਲਿਆ ਗਿਆ ਹੈ। ਕਰ ਇਸ਼ਨਾਨ ਪਾਵਨ ਹੋਏ ਗਇਓ। ਇਸਨੇ ਇਸ਼ਨਾਨ ਕੀਤਾ, ਇਸ਼ਨਾਨ ਕਰਕੇ ਆਪਣੇ ਸਰੀਰ ਦੀ ਸੁੱਚ ਪਵਿੱਤਰਤਾ ਸਾਧੀ ਹੈ ਜੀ। ਕੁਛ ਪਰ ਪੌੜ ਪ੍ਰਾਨ ਤਜ ਦਇਓ। ਔਰ ਇੱਕ ਕੁਸ਼ਾ ਦਾ ਆਸਨ ਤਿਆਰ ਕੀਤਾ ਹੈ, ਇਸਨੇ ਆਪਣੇ ਹੱਥੀਂ ਉਸ ਦੇ ਉੱਪਰ ਲੰਮੇ ਪੈ ਗਿਆ ਔਰ ਆਪਣੇ ਸਰੀਰ ਦਾ ਤਿਆਗ ਕਰ ਦਿੱਤਾ ਇਸਨੇ। ਸੁਨ ਸਤਿਗੁਰ ਬਹੁ ਮਨੁਜ ਪਠਾਏ। ਜਦੋਂ ਗਰੀਬ ਨਵਾਜ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਸ ਇਹ ਅਰਜ ਪੁੱਜੀ ਕਿ ਜਾਤੀ ਮਲਕ ਸਰੀਰ ਤਿਆਗ ਗਿਆ, ਗਰੀਬ ਨਵਾਜ ਨੇ ਆਪਣੇ ਸਿੱਖ ਭੇਜੇ ਹਨ। ਦਾਹਨ ਕੋ ਚੰਦਨ ਸਮੁਦਾਏ। ਔਰ ਇਸ ਦੇ ਅੰਤਮ ਸੰਸਕਾਰ ਦੀ ਸਾਰੀ ਤਿਆਰੀ ਕੀਤੀ, ਚੰਦਨ ਦੀ ਚਿਖਾ ਇਤਿਆਦਿ ਤਿਆਰ ਕੀਤੀ ਹੈ ਅੰਤਮ ਸੰਸਕਾਰ ਦੇ ਲਈ। ਸੋ ਇੱਥੋਂ ਤੱਕ ਪਾਵਨ ਪਵਿੱਤਰ ਇਤਿਹਾਸ ਦੀ ਵਿਚਾਰ ਆਈ ਹੈ। ਵਿਚਾਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੇ ਖਿਮਾ ਬਖਸ਼ਣੀ ਦੀ, ਅੱਗੇ ਤੋਂ ਸ੍ਰੇਸ਼ਟ ਮਤ ਬਖਸ਼ਿਸ਼ ਕਰਕੇ ਨਿਹਾਲ ਕਰਨਾ ਸਮਾਪਤੀ ਹੈ ਜੀ। ਸੁਨ ਸਤਿਗੁਰ ਬਹੁ ਮਨੁਜ ਪਠਾਏ। ਦਾਹਨ ਕੋ